परमजीत पंमा जी ਤੁਹਾਡਾ ਮੀਡੀਆ ਕੋਲ ਸਵਾਗਤ ਹੈ। स्वागत है जी। ਆਉਣ ਵਾਲੇ ਟਾਈਮ 'ਚ ਐਮਸੀ ਦੇ ਇਲੈਕਸ਼ਨ ਹੋਣ ਜਾ ਰਹੇ ਨੰਗਲ ਵਿੱਚ, ਤੁਸੀਂ ਜਾਂ ਤੁਹਾਡੀ ਪਾਰਟੀ ਇਲੈਕਸ਼ਨ ਨੂੰ ਕਿਵੇਂ ਦੇਖਦੀ ਹੈ? नहीं देखो, बहुत चंगी गल है क्योंकि लोकतंत्र ਦੇ ਵਿੱਚ ਜਿਹੜੀਆਂ ਸਥਾਨਕ ਸਰਕਾਰਾਂ ਹੈ, ਚਾਹੇ ਪੰਚਾਇਤੀ ਰਾਜ ਡਿਪਾਰਟਮੈਂਟ ਹੈ, ਜਿਹੜੀ ਕੋਈ ਵੀ ਲੋਕਲ ਬਾਡੀ ਦੀ ਚੋਣ ਹੈ ਉਹ ਸਰਕਾਰਾਂ ਨੂੰ ਕਰਵਾਉਣੀ ਚਾਹੀਦੀ, ਕਿਉਂਕਿ ਜਿੱਥੋਂ ਲੋਕਤੰਤਰ ਦੀ ਇੱਕ ਨੀਂਹ ਹੁੰਦੀ ਜਿਹੜੀ ਆਪਣਾ ਪੰਚਾਇਤਾਂ ਹੋਣ ਚਾਹੇ ਮਿਊਨਸੀਪਲ ਕੌਂਸਲ ਹੋਣ, ਜੇ ਸਰਕਾਰ ਵੱਲੋਂ ਐਲਾਨ ਕੀਤਾ ਗਿਆ, ਨੋਟੀਫਿਕੇਸ਼ਨ ਕੀਤਾ ਗਿਆ, ਇਹ ਚੰਗੀ ਗੱਲ ਹੈ ਕਿ ਸਰਕਾਰ ਦੀ ਚੰਗੀ ਸੋਚ ਹੈ ਕਿ ਵੱਧ ਤੋਂ ਵੱਧ ਲੋਕਤੰਤਰ ਦੇ ਵਿੱਚ ਜਿਹੜੇ ਆਮ ਨਾਗਰਿਕ ਹੈ ਜਾਂ ਜਿਹੜੇ ਛੋਟੇ ਪੱਧਰ 'ਤੇ ਲੋਕ ਹੈ ਉਹਨਾਂ ਨੂੰ ਸ਼ਾਮਲ ਹੋਣ ਦਾ ਮੌਕਾ ਮਿਲੇ, ਤਾਂ ਜੋ ਜਿਹੜੀਆਂ ਸਮੱਸਿਆਵਾਂ ਹੈ ਉਹਨਾਂ ਦਾ ਸਥਾਨਕ ਪੱਧਰ 'ਤੇ ਚਾਹੇ ਪੰਚਾਇਤਾਂ ਦੇ ਤੌਰ 'ਤੇ ਚਾਹੇ ਕੌਂਸਲਾਂ ਦੇ ਤੌਰ 'ਤੇ ਹੱਲ ਕੀਤਾ ਜਾਵੇ। ਸਰਕਾਰ ਦਾ ਇਹ ਬੜਾ ਸਰਾਹਨੀय ਕਦਮ ਹੈ ਜਿਹਨੂੰ ਸਾਰਿਆਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ ਜੀ। ਤੁਸੀਂ ਪਿਛਲੇ ਸਮੇਂ ਵਿੱਚ 17 ਨੰਬਰ ਵਾਰਡ ਤੋਂ ਐਮਸੀ ਸੀ ਤੇ ਆਉਣ ਵਾਲੇ ਟਾਈਮ ਜਿਹੜਾ ਚੇਂਜ ਹੋ ਰਿਹਾ ਵਾਰਡ, ਉਸ ਤੁਸੀਂ ਕਿਹੜੇ ਵੋਟ ਚਾਹੋਗੇ? ਨਹੀਂ ਦੇਖੋ, 17 ਨੰਬਰ ਵਾਰਡ 'ਚੋਂ ਤਾਂ ਐਮਸੀ ਸੀ, ਪਰ ਲੇਕਿਨ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਕਿਹਦੇ 'ਚ ਹੋਊਗਾ ਉਹ ਪਾਰਟੀ ਡਿਸਾਈਡ ਕਰੇਗੀ, ਕਿਉਂਕਿ ਹਜੇ ਤੱਕ ਸਰਕਾਰ ਨੇ ਇਹ ਤਾਂ ਕਹਿ ਦਿੱਤਾ ਕਿ ਚੋਣਾਂ ਕਰਵਾਈਆਂ ਜਾਣ। ਹਜੇ ਨੋਟੀਫਿਕੇਸ਼ਨ ਜਿਹੜਾ ਰਾਜ ਆਪਣਾ ਚੋਣ ਕਮਿਸ਼ਨ ਹੈ ਉਹਦੇ ਵੱਲੋਂ ਹੋਏਗਾ, ਉਹਦੇ ਅਨੁਸਾਰ ਕਿਹੜੀਆਂ ਤਰੀਕਾਂ ਆਉਂਦੀਆਂ, ਕਦੋਂ ਟਿਕਟਾਂ ਦੀ ਲਈ ਅਰਜ਼ੀਆਂ ਮੰਗੀਆਂ ਜਾਂਦੀਆਂ ਜਾਂ ਕਿਹਨਾਂ ਨੂੰ ਟਿਕਟਾਂ ਮਿਲਣੀਆਂ, ਉਹ ਪਾਰਟੀ ਦਾ ਲੈਵਲ ਦੇ ਸੋਚਣ ਦਾ ਹੈ, ਉਹ ਮੇਰਾ ਨਹੀਂ ਹੈ। ਹਾਂ, ਜੇ ਪਾਰਟੀ ਸਾਨੂੰ ਮੌਕਾ ਦੇਵੇਗੀ ਜ਼ਰੂਰ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਲੜੀਏ ਅਤੇ ਪਾਰਟੀ ਨੂੰ ਜਿੱਤ ਕੇ ਸੀਟ ਦਈਏ, ਪਰ ਲੇਕਿਨ ਹਜੇ ਤੱਕ ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਕਿ ਪਾਰਟੀ ਨੇ ਕਿਹਨੂੰ ਕਿਸ ਵਾਰ ਤੋਂ ਜ਼ਿੰਮੇਵਾਰੀ ਲਾਉਣੀ ਕਿਸੇ ਉਮੀਦਵਾਰ ਨੂੰ। ਇਹ ਪਾਰਟੀ 'ਤੇ ਨਿਰਭਰ ਕਰਦਾ। ਦੇਖੋ, ਆਉਣ ਵਾਲਾ ਸਮਾਂ ਦੱਸੇਗਾ ਕਿ ਸਾਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਜਾਂ ਨਹੀਂ ਦਿੱਤੀ ਜਾਂਦੀ। ਜੇ ਤੁਹਾਨੂੰ ਪਾਰਟੀ ਜ਼ਿੰਮੇਵਾਰੀ ਦਿੰਦੀ ਹੈ ਤਾਂ ਐਸੇ ਕਿਆ ਕਾਰਨ ਹੈ, ਐਸੇ ਕਿਹੜੇ ਕੰਮ ਹੈ ਜਿਨ੍ਹਾਂ ਕਰਕੇ ਲੋਕ ਤੁਹਾਨੂੰ ਵੋਟਾਂ ਪਾਉਣ? ਦੇਖੋ, ਜੇ ਸਾਨੂੰ ਪਾਰਟੀ ਜ਼ਿੰਮੇਵਾਰੀ ਦਿੰਦੀ ਹੈ ਤਾਂ ਸਭ ਤੋਂ ਵੱਡਾ ਤਾਂ ਕਾਰਨ ਇਹ ਹੈ ਵੀ ਪਿਛਲੇ 10 ਸਾਲ ਸਾਡੇ ਨੰਗਲ ਸ਼ਹਿਰ ਦੇ ਵਾਸੀਆਂ ਨੇ, ਮੇਰੇ ਵਾਰਡ ਦੇ ਜਿਹੜੇ ਬੜੇ ਸੂਝਵਾਨ ਅਤੇ ਬੜੇ ਸਤਿਕਾਰਯੋਗ ਵੋਟਰ ਹੈ ਉਹਨਾਂ ਨੇ ਮੈਨੂੰ ਚੁਣਿਆ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਕਿ ਪਿਛਲੇ 10 ਸਾਲਾਂ ਦੌਰਾਨ ਆਪਾਂ ਇਮਾਨਦਾਰ ਰਹਿਣ ਦੀ ਕੋਸ਼ਿਸ਼ ਕੀਤੀ। ਨੰਗਲ ਦੀਆਂ ਸਮੱਸਿਆਵਾਂ ਨੂੰ ਇਮਾਨਦਾਰੀ ਦੇ ਨਾਲ ਕੌਂਸਲ ਦੇ ਵਿੱਚ ਆਪਾਂ ਉਹਨਾਂ ਨੂੰ ਲੈ ਕੇ ਗਏ, ਉਹਨਾਂ ਦੀ ਲੜਾਈ ਲੜੀ। ਇਮਾਨਦਾਰ ਹੋਣਾ ਹੀ ਸਭ ਤੋਂ ਵੱਡੀ ਪਹਿਲਾਂ ਤਾਂ ਯੋਗਤਾ ਹੈ। ਮੈਂ ਇਮਾਨਦਾਰੀ ਦਾ ਸਰਟੀਫਿਕੇਟ ਆਪਣੇ ਆਪ ਨੂੰ ਤਾਂ ਨਹੀਂ ਦੇਣਾ ਚਾਹੁੰਦਾ, ਪਰ ਫਿਰ ਵੀ ਮੈਨੂੰ ਵਿਸ਼ਵਾਸ ਹੈ, ਆਪਣੇ ਮਨ ਨੂੰ ਪਤਾ ਹੁੰਦਾ ਕਿ ਅਸੀਂ ਕਿੱਥੇ ਚੋਰੀ ਕੀਤੀ ਅਤੇ ਕਿੱਥੇ ਅਸੀਂ ਇਮਾਨਦਾਰੀ ਕੀਤੀ। ਅਸੀਂ ਕੌਂਸਲ ਦੇ ਵਿੱਚ ਜਿਹੜੀ ਇਮਾਨਦਾਰੀ ਦੇ ਆਧਾਰ 'ਤੇ ਜਿਨ੍ਹਾਂ ਕੌਂਸਲ ਦੇ ਵਿੱਚ ਜਾ ਕੇ ਆਪਣੇ ਵਾਰਡ ਵਾਸੀਆਂ ਦੀ, ਸ਼ਹਿਰ ਵਾਸੀਆਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਇਮਾਨਦਾਰੀ ਦੇ ਨਾਲ, ਉਹ ਮੈਂ ਸਭ ਤੋਂ ਵੱਡਾ ਮੈਂ ਆਪਣੀ ਤਾਕਤ ਸਮਝਦਾ ਕਿ ਮੈਂ ਕਿਸੇ ਵੀ ਘਰ ਦਾ ਜਦੋਂ ਦਰਵਾਜ਼ਾ ਖੜਕਾਵਾਂਗਾ ਵੋਟਾਂ ਮੰਗਣ ਨੂੰ, ਜੇ ਪਾਰਟੀ ਨੇ ਸੇਵਾ ਦਿੱਤੀ ਤਾਂ ਮੈਂ ਕਿਸੇ ਤਰ੍ਹਾਂ ਦਾ ਮੈਨੂੰ ਨਮੋਸ਼ੀ ਦਾ ਵੋਟਰ ਤੋਂ ਸਾਹਮਣਾ ਨਹੀਂ ਕਰਨਾ ਪਏਗਾ, ਚਾਹੇ ਉਹ ਬੀਜੇਪੀ ਦਾ ਭਰਾ ਹੋਵੇ, ਚਾਹੇ ਸਾਡਾ ਕਾਂਗਰਸੀ ਜਾਂ ਕੋਈ ਆਜ਼ਾਦ ਹੋਵੇ, ਆਪਣੀ ਸੋਚ ਦਾ ਮਾਲਕ ਹੋਵੇ, ਪਰ ਮੈਂ ਉਹਦੇ ਦਸਤਕ ਜਦੋਂ ਦਰਵਾਜ਼ੇ 'ਤੇ ਦੇਵਾਂਗਾ, ਮੈਂ ਬੜੇ ਵਿਸ਼ਵਾਸ ਨਾਲ ਦੇਵਾਂਗਾ ਕਿ ਅਸੀਂ ਨੰਗਲ ਦੇ ਲੋਕਾਂ ਦਾ ਪੈਸੇ ਦੀ ਰੱਖਿਆ ਕਰਨ ਲਈ ਕੌਂਸਲ 'ਚ ਗਏ, ਟੈਕਸਾਂ ਦੇ ਪੈਸੇ ਦੀ, ਨਾ ਕਿ ਲੁੱਟਣ ਲਈ ਗਏ। ਇਹ ਸਾਡੀ ਯੋਗਤਾ ਰਹੀ। ਦੂਜੀ ਗੱਲ ਇਹ ਹੈ ਕਿ ਅਸੀਂ ਇਕੱਲੀ ਇਮਾਨਦਾਰੀ ਨਾਲ ਨਹੀਂ ਲੜਾਈ ਲੜੀ, ਮੇਰੇ ਤੋਂ ਇਲਾਵਾ ਵੀ ਬਹੁਤ ਵੱਡੇ ਇਮਾਨਦਾਰ ਹੈ ਲੋਕ ਸਾਡੀ ਕੌਂਸਲ 'ਚ, ਹੋਰ ਸਾਡੇ ਭਰਾ ਸਾਰੀਆਂ ਪਾਰਟੀਆਂ ਦੇ ਰਹੇ। ਮੈਂ ਆਪਣੇ ਆਪ ਨੂੰ ਬਹੁਤਾ ਨਹੀਂ ਕਹਿੰਦਾ, ਮੇਰੇ ਤੋਂ ਜ਼ਿਆਦਾ ਬੀਜੇਪੀ ਦੇ ਵੀ ਭਰਾ ਇਮਾਨਦਾਰ ਹੋ ਸਕਦੇ ਜਾਂ ਕੋਈ ਵੀ ਕਾਂਗਰਸ ਦੀ ਭਰਾ ਹੋ ਸਕਦਾ, ਪਰ ਜਦੋਂ ਇੱਕ ਇਮਾਨਦਾਰੀ ਹੋਣ ਦੇ ਨਾਲ ਨਾਲ ਅਸੀਂ ਕੌਂਸਲ ਦੇ ਵਿੱਚ ਜਾ ਕੇ ਆਪਣੇ ਵਾਰਡ ਦੇ ਲਈ ਮੈਂ 2 ਕਰੋੜ ਰੁਪਏ ਦੀ ਪਿਛਲੇ 3 ਸਾਲਾਂ ਦੌਰਾਨ, 7 ਸਾਲ ਪਹਿਲਾਂ ਤਾਂ ਬੀਜੇਪੀ ਦੀ ਸੱਤਾ ਸੀਗੀ ਕੌਂਸਲ ਦੇ ਵਿੱਚ, ਸਾਨੂੰ ਆਪੋਜੀਸ਼ਨ ਕਰਨ ਦਾ ਮੌਕਾ ਮਿਲਿਆ, ਪਰ ਪਿਛਲੇ 7 ਸਾਲਾਂ ਤੋਂ ਬਾਅਦ ਛੱਡ ਕੇ 3 ਸਾਲਾਂ ਦੌਰਾਨ ਸਾਨੂੰ ਇੱਕ ਸੱਤਾ ਪਕਸ਼ ਦੇ ਨਾਲ ਉਹਨਾਂ ਦੀ ਮਦਦ ਕਰਨ ਦਾ ਮੌਕਾ ਮਿਲਿਆ। ਉਹਦੇ ਵਿੱਚ ਮੈਂ 2 ਕਰੋੜ ਰੁਪਏ ਦੇ ਕੰਮ ਆਪਣੇ ਵਾਰਡ ਦੇ ਵਿੱਚ ਸ਼ੁਰੂ ਕਰਵਾਏ, ਜਿਨ੍ਹਾਂ 'ਚੋਂ 1.5 ਕਰੋੜ ਦੇ ਕੰਪਲੀਟ ਹੋ ਚੁੱਕੇ, ਗਲੀਆਂ ਨਾਲੀਆਂ ਦੇ, ਜੋ ਅੱਜ ਤੱਕ ਪਿਛਲੇ ਆਜ਼ਾਦੀ 1994 ਤੋਂ ਲੈ ਕੇ ਨੰਗਲ ਦੇ ਵਿੱਚ ਚੋਣਾਂ ਹੋਣ ਲੱਗੀਆਂ ਲੋਕਲ ਬਾਡੀਜ਼ ਦੀਆਂ, ਮਿਊਨਸੀਪਲ ਕੌਂਸਲ ਨੰਗਲ ਦੀਆਂ, ਉਦੋਂ ਤੋਂ ਲੈ ਕੇ ਅੱਜ ਤੱਕ ਸਾਡੇ ਵਾਰਡ 'ਚ 1 ਰੁਪਏ ਦਾ ਕੌਂਸਲ ਨੇ ਖਰਚਾ ਨਹੀਂ ਕੀਤਾ ਸੀ। ਅਸੀਂ ਘੱਟੋ ਘੱਟ 2 ਕਰੋੜ ਤੋਂ ਉੱਪਰ ਦੇ ਕੰਮ ਕਰਾਏ, ਜਿਨ੍ਹਾਂ 'ਚੋਂ 1.5 ਕਰੋੜ ਰੁਪਏ ਦੇ ਕੰਮ ਹੋ ਚੁੱਕੇ ਗਲੀਆਂ ਨਾਲੀਆਂ ਦੇ, ਇਹ ਇਕੱਲੇ ਕੌਂਸਲ ਨੇ ਕੀਤੇ। ਹੋਰ ਫਿਰ BBMB ਦੇ ਅਫਸਰ ਸਾਹਿਬਾਨਾਂ ਦੀ ਮਿਹਨਤ ਕਰਕੇ, ਕਹਿ ਲਓ ਉਹਨਾਂ ਅੱਗੇ ਰੀਪ੍ਰਜੈਂਟੇਸ਼ਨ ਕਰਕੇ, ਮੇਰੇ ਵਾਰਡ ਦੇ ਵਿੱਚ BBMB ਵੀ 2-2.5 ਕਰੋੜ ਦੇ ਕੰਮ ਕਰ ਚੁੱਕੀ, ਜਿਨ੍ਹਾਂ ਦੇ ਵਿੱਚ ਕਿਸੇ ਮੇਰੇ N ਤੋਂ S ਤੱਕ ਘਰ ਦੇ ਵਿੱਚ ਟਾਈਲਾਂ, ਕੋਈ ਨਵੇਂ ਵਾਟਰ ਟੈਂਕ ਪਾ ਚੁੱਕੀ, ਉਹ ਨਵੇਂ ਇੱਕ ਰੂਮਸ ਅਟੈਚਡ ਬਣਾ ਚੁੱਕੀ, ਨਵੇਂ ਬਾਥਰੂਮ ਬਣਾਏ BBMB ਨੇ, ਜਾਂ ਹੋਰ ਸੁਧਾਰ ਕਰਨ ਦੇ ਲਈ ਉਹਨਾਂ ਦੀਆਂ ਜਿਹੜੀਆਂ ਰੂਫਸ, ਜਿਹਨੂੰ ਆਪਾਂ ਛੱਤਾਂ ਕਹਿੰਦੇ, ਉਹਨਾਂ ਨੂੰ ਬਦਲਿਆ ਗਿਆ। ਇਹ ਸਾਰਾ BBMB ਨੇ ਕੀਤਾ। ਯਾਨੀ ਕਿ ਜੇ ਮੈਂ ਕੁੱਲ ਮਿਲਾ ਕੇ ਕਹਾਂ ਪਿਛਲੇ 3 ਜਾਂ 4 ਸਾਲਾਂ ਦੇ ਵਿੱਚ BBMB ਤੇ ਕੌਂਸਲ ਨੂੰ ਮਿਲਾ ਕੇ ਮੇਰੇ ਵਾਰਡ ਦੇ ਵਿੱਚ 4-5 ਕਰੋੜ ਰੁਪਏ ਦਾ ਕੰਮ ਹੋ ਚੁੱਕਿਆ। ਕੌਂਸਲ ਮੈਂ ਕਹਿੰਦਾ ਵੀ ਵੱਡੇ ਸ਼ਹਿਰਾਂ 'ਚ ਇੰਨਾ MLA ਸਾਹਿਬਾਨਾਂ ਕੋਲ ਨਹੀਂ ਕੰਮ ਕਰਾਇਆ ਗਿਆ ਹੋਣਾ, ਜਿਹੜਾ ਮੇਰੇ ਵਾਰਡ ਦੇ ਵਿੱਚ
ਖਾਸ ਕਰਕੇ ਨਗਰ ਕੌਂਸਲ ਦੇ ਸਹਿਯੋਗ ਨਾਲ ਤੇ BBMB ਦੇ ਜਿਹੜੇ ਅਫਸਰ ਸਾਹਿਬਾਨ ਹੈ ਉਹਨਾਂ ਅੱਗੇ ਰਿਪਰੈਜ਼ੈਂਟੇਸ਼ਨ ਦੇ ਕੇ ਜਾਂ ਜਿਹੜੀ ਉਹਨਾਂ ਦੀ ਮੇਰੇ ਵਾਰਡ ਪ੍ਰਤੀ ਚੰਗੀ ਸੋਚ ਸੀ ਉਹਦੇ ਮੁਤਾਬਿਕ ਘੱਟੋ ਘੱਟ 5 ਕਰੋੜ ਦੇ ਕੰਮ ਮੇਰੇ ਵਾਰਡ ਦੇ ਵਿੱਚ ਇਹ ਕੀਤੇ ਗਏ। ਇਸ ਤੋਂ ਇਲਾਵਾ ਜਿਵੇਂ ਆਪਾਂ ਕਰੋਨਾ ਵਾਇਰਸ ਦੀ ਜਦੋਂ ਲੋਕਡਾਊਨ ਲੱਗਿਆ ਜਾਂ ਕਰਫਿਊ ਲੱਗਿਆ, ਅਸੀਂ ਆਪਣੇ ਵਾਰਡ ਦੇ ਵਿੱਚ ਕੱਲੇ ਘਰ ਦੇ ਵਿੱਚ, ਮੇਰੇ 2700 ਵੋਟ ਸੀ, ਕੱਲੇ ਘਰ ਦੇ ਵਿੱਚ ਜਿਹੜੀਆਂ ਜ਼ਰੂਰੀ ਵਸਤਾਂ ਸੀ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ, ਪਰਮਾਤਮਾ ਦੇ ਜਿਹੜੀ ਮਿਹਰ ਨਾਲ ਅਸੀਂ ਕੱਲੀ ਜ਼ਰੂਰੀ ਵਸਤਾਂ ਪਹੁੰਚਾਈਆਂ ਕਰਫਿਊ ਦੌਰਾਨ, ਲੋਕਡਾਊਨ ਦੌਰਾਨ। ਜਿੰਨੇ ਗਰੀਬ ਪਰਿਵਾਰ ਸੀ, ਕਿਸੇ ਨੂੰ ਗਰੀਬ ਨਹੀਂ ਕਹਿਣਾ ਚਾਹੀਦਾ, ਪਰ ਜਿੰਨੇ ਵਿਚਾਰੇ ਜਿਨ੍ਹਾਂ ਕੋਲ ਅਸਮਰਥ ਸੀ, ਕੋਈ ਡੇਲੀ ਵੇਜਿਸ ਹੈ, ਉਹਨਾਂ ਕੋਲ ਡੇਲੀਆਂ ਤੇ ਜਾ ਨਹੀਂ ਹੁੰਦਾ ਸੀ, ਉਹਨਾਂ ਦੇ ਘਰ ਦੇ ਵਿੱਚ ਅਸੀਂ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਜਾਂ ਆਪਣੇ ਭਰਾਵਾਂ ਦੇ ਕਹਿ ਲਓ ਆਪਣੀ ਮਦਦ ਦੇ ਨਾਲ ਕੱਲੇ ਘਰ ਦੇ ਵਿੱਚ ਅਸੀਂ ਲੰਗਰ ਪਹੁੰਚਾਇਆ। ਕੱਲੇ ਘਰ ਦੇ ਵਿੱਚ ਉਹਨਾਂ ਨੂੰ ਜੋ ਵੀ ਲੋੜ ਸੀ ਉਹਨਾਂ ਮਹੀਨਿਆਂ ਦੇ ਵਿੱਚ ਅਸੀਂ ਉਹਨਾਂ ਦੀ ਲੋੜ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। ਪਰਮਾਤਮਾ ਦੀ ਮਿਹਰ ਨਾਲ ਅਸੀਂ ਉਹ ਸਾਨੂੰ ਕਹਿਣ ਦੀ ਲੋੜ ਨਹੀਂ ਕਿ ਕੀਤਾ, ਸਾਡਾ ਫਰਜ਼ ਬਣਦਾ ਸੀ। ਕੋਈ ਕਿਸੇ ਤੇ ਮੁਹਤਾਜ ਨਹੀਂ ਹੁੰਦਾ, ਪਰ ਪਰਮਾਤਮਾ ਨੇ ਸਮਾਂ ਹੀ ਇਸ ਤਰ੍ਹਾਂ ਦਾ ਲਿਆ ਦਿੱਤਾ ਸੀ ਕਿ ਜਿਹੜਾ ਡੇਲੀ ਵੇਜਸ ਹੈ ਉਹਦੀਆਂ ਡੇਲੀਆਂ ਖਤਮ ਹੋ ਗਈਆਂ ਜਾਂ ਕੁਛ ਖਤਮ ਹੋ ਗਿਆ। ਪਰ ਮੈਂ ਇਹ ਨਹੀਂ ਕਹਿੰਦਾ ਮੈਂ ਆਪਣੇ ਪੱਲਿਓਂ ਕੀਤਾ, ਪਰ ਕਰਨ ਤੇ ਕਰਵਾਉਣ ਵਾਲਾ ਪਰਮਾਤਮਾ ਹੈ। ਸਾਡੇ ਭਰਾਵਾਂ ਨੇ, ਧਾਰਮਿਕ ਸੰਸਥਾਵਾਂ ਨੇ, ਸਮਾਜਿਕ ਸੰਸਥਾਵਾਂ ਨੇ ਸਾਡੀ ਮਦਦ ਕੀਤੀ। ਸਾਡੇ ਵਾਰਡ ਦੇ ਵਿੱਚ ਆ ਕੇ ਪ੍ਰਸ਼ਾਸਨ ਨੇ ਮਦਦ ਕੀਤੀ। ਸਾਡੇ ਵਾਰਡ 'ਚ ਆ ਕੇ ਸਾਡੇ ਵਾਰਡ ਦੇ ਵਿੱਚ ਕਰੋਨਾ ਵਾਇਰਸ ਦੀ ਬਿਮਾਰੀ ਦੌਰਾਨ ਮੈਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਮੈਂ ਪਰਮਾਤਮਾ ਦਾ ਰਿਣੀ ਹੈ ਕਿ ਸਾਡੇ ਵਾਰਡ ਦੇ ਵਿੱਚ ਕਿਸੇ ਵੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿਸੇ ਨੂੰ ਰਾਤ ਨੂੰ ਜਾਂ ਦਿਨ ਨੂੰ ਭੁੱਖਾ ਨਹੀਂ ਸੌਣਾ ਪਿਆ। ਇਹੀ ਸਾਡੀ ਅਚੀਵਮੈਂਟ ਹੈ। ਸਾਡੀ ਇਸ ਅਚੀਵਮੈਂਟ ਦਾ ਮਤਲਬ ਹੈ ਸਾਡੇ ਤੇ ਪਰਮਾਤਮਾ ਨੇ ਮਿਹਰ ਕੀਤੀ ਕਿ ਸਾਡੇ ਵਾਰਡ ਦੇ ਬੰਦੇ ਤੰਦਰੁਸਤ ਵੀ ਰਹੇ ਤੇ ਕੋਈ ਵੀ ਬੰਦਾ ਭੁੱਖਾ ਨਹੀਂ ਸੁੱਤਾ। ਇਹ ਸਾਡੇ ਲਈ, ਮੈਂ ਇਹਨਾਂ ਮੁੱਦਿਆਂ ਨੂੰ ਲੈ ਕੇ ਨਹੀਂ ਜਾਣਾ ਚਾਹਾਂਗਾ, ਪਰ ਇਹ ਮੁੱਦਿਆਂ ਦੇ ਆਧਾਰ ਤੇ ਲੋਕ ਮੈਨੂੰ ਚੁਣਨਗੇ, ਮੈਨੂੰ ਦੁਬਾਰਾ ਤੋਂ ਚੁਣਨਗੇ ਜੇ ਮੈਨੂੰ ਪਾਰਟੀ ਨੇ ਜ਼ਿੰਮੇਵਾਰੀ ਲਾਈ। ਜਿੰਨੇ ਅਸੀਂ ਕੰਮ ਕਰਾਏ, ਇਹਨਾਂ ਦੇ ਉਦਘਾਟਨ ਜਿਹੜੇ ਵੀ ਕੰਮਾਂ ਦੇ ਹੋਏ ਉਹ ਸਥਾਨੀ ਵਿਧਾਇਕ ਸਾਹਿਬ ਨੇ ਕੀਤੇ। ਕੰਮ ਤਾਂ MC ਦੇ ਸੀ ਜਾਂ ਕੌਂਸਲ ਦੇ ਸੀ। ਕਿਆ ਇਹ ਕੰਮ ਦੇ ਜਿਹੜੇ ਗਲੀਆਂ ਦੇ ਜਾਂ ਨਾਲੀਆਂ ਦੇ ਜਾਂ ਤੁਸੀਂ ਪੇਵਰ ਲਵਾਏ, ਇਹਨਾਂ ਦੇ ਉਦਘਾਟਨ MLA ਸਾਹਿਬ ਤੱਕ ਕਰਾਉਣੇ ਜਾਇਜ਼ ਸੀ? ਦੇਖੋ, ਮੇਰੀ ਗੱਲ ਇਹ ਹੈ ਵੀ ਪਹਿਲੀ ਗੱਲ ਤਾਂ MLA ਸਾਹਿਬ ਨੂੰ ਉੱਦਾਂ ਅਧਿਕਾਰ ਹੈ, ਪਬਲਿਕ ਰਾਈਟ ਦਿੰਦੀ, ਜਦੋਂ ਵੋਟਾਂ ਪਾ ਕੇ ਚੁਣਦੇ ਆ ਨੁਮਾਇੰਦੇ, ਉਹਨਾਂ ਨੂੰ ਅਧਿਕਾਰ ਹੈ ਕਿ ਉਹ, ਕਿਉਂਕਿ ਜਿਹੜਾ ਪੈਸਾ ਹੈ ਉਹ ਵੀ ਸਰਕਾਰਾਂ ਦਾ ਹੀ ਆਉਂਦਾ ਨਾ, ਹੈ ਤਾਂ ਨੁਮਾਇੰਦੇ MLA ਸਾਹਿਬ ਇਹ ਨੁਮਾਇੰਦੇ ਆ। ਪਰ ਮੇਰੇ ਵਾਰਡ 'ਚ MLA ਸਾਹਿਬ ਨੇ ਕਿਤੇ ਨਹੀਂ ਕੀਤਾ, ਇਹ ਨਹੀਂ ਕੀਤਾ ਕਿ ਮੇਰੇ ਨਾਲ MLA ਸਾਹਿਬ ਛੋਟੇ ਕੰਮ 'ਚ ਕਿਤੇ ਨਹੀਂ ਪਏ। ਹਾਂ, ਜਿਸ ਵਾਰਡਾਂ 'ਚ, ਜਿਨ੍ਹਾਂ ਵਾਰਡਾਂ 'ਚ ਕੋਈ ਭਵਨ ਬਣੇ, ਜਿਵੇਂ ਪਰਸ਼ੂਰਾਮ ਜੀ ਦੀ ਨਾਮ ਤੇ, ਭਗਵਾਨ ਪਰਸ਼ੂਰਾਮ ਜੀ ਦੇ ਨਾਮ ਤੇ ਭਵਨ ਬਣਿਆ, ਉਹ ਸਾਡੇ ਦੂਸਰੇ ਵਾਰਡ ਜਿਹੜੇ 9, 10, 11 ਨੰਬਰ ਦੇ ਵਿੱਚ ਉਹ ਬਣਿਆ, ਭਵਨ ਬਣਿਆ, ਜਾਂ ਕਿਤੇ ਕਮਿਊਨਿਟੀ ਹਾਲ ਬਣਿਆ, ਜਾਂ ਕਿਤੇ ਵੱਡੇ ਵਾਟਰ ਟੈਂਕ ਬਣੇ ਜਿਨ੍ਹਾਂ ਨਾਲ ਪਾਣੀ ਦੀ ਸਪਲਾਈ ਕੀਤੀ ਗਈ, ਜਿਹੜੇ ਕਰੋੜਾਂ ਰੁਪਏ ਦੇ ਕੰਮ ਸੀ, ਜਿਹੜੇ ਬੜੇ ਜ਼ਰੂਰੀ ਕੰਮ ਸੀ, ਜਾਂ ਕਿਤੇ ਆਪਣਾ ਜਿਮ ਸੀ, ਸਾਡੇ 50-50 ਲੱਖ ਦੇ ਜਿਮ ਲਾਏ ਗਏ, ਹੁਣ ਵੀ ਲੱਗ ਰਹੇ, ਇਸ ਟਾਈਮ ਇਸ ਦੌਰਾਨ ਵੀ ਲੱਗ ਰਹੇ, ਔਰਤਾਂ ਲਈ ਵੱਖ ਵਾਰਡਾਂ 'ਚ ਜਿਮ ਲੱਗ ਰਹੇ। ਉਹਨਾਂ 'ਚ ਜੇ MLA ਸਾਹਿਬ ਆਣ ਤਾਂ ਲੋਕਾਂ ਨੂੰ ਵੀ ਖੁਸ਼ੀ ਹੁੰਦੀ, ਕਿਉਂਕਿ ਇਹ ਨਹੀਂ ਕਿ MLA ਸਾਹਿਬ ਆਣ, ਜੇ MLA ਸਾਹਿਬ ਮੇਰੇ ਵਾਰਡ 'ਚ ਜਾਂ ਕਿਸੇ ਹੋਰ ਵਾਰਡ 'ਚ ਨਾ ਜਾ ਸਕੇ ਹੁਣ, ਕਿਉਂਕਿ ਗਲੀਆਂ ਨਾਲੀਆਂ ਦੇ ਕੰਮ ਸਾਡੇ ਵਾਰਡ 'ਚ ਨਹੀਂ ਆਏ, ਨਾ ਇਹ ਮੇਰੇ ਹਿਸਾਬ ਨਾਲ ਨੰਗਲ 'ਚ MLA ਸਾਹਿਬ ਨੇ ਗਲੀਆਂ ਨਾਲੀਆਂ ਦੇ ਵਾਰਡ 'ਚ ਕਿਤੇ ਵੀ ਰਾਣਾ KP ਜੀ ਨੇ ਕੋਈ ਉਦਘਾਟਨ ਕੀਤਾ ਹੋਵੇ। ਉਹ ਤਾਂ ਸਾਡੇ 'ਤੇ ਛੱਡਿਆ ਹੋਇਆ ਸੀ ਜਾਂ ਅਫਸਰਾਂ 'ਤੇ ਛੱਡਿਆ ਹੋਇਆ ਸੀ ਵੀ ਜਿੱਥੇ ਲੋਕ ਯੋਗ ਸਮਝਦੇ, ਕਿਉਂਕਿ ਸਾਨੂੰ ਜ਼ਿਆਦਾ ਪਤਾ ਸੀ ਅਸੀਂ ਕਰਾ ਸਕਦੇ। ਪਰ ਜਿਹੜੇ ਵੱਡੇ ਕੰਮ ਕੀਤੇ ਗਏ, ਜੇ MLA ਸਾਹਿਬ ਉਹਨਾਂ ਕੰਮਾਂ ਦਾ ਉਦਘਾਟਨ ਕਰਨ ਤਾਂ ਇਲਾਕੇ ਨੂੰ ਵੀ ਮਾਣ ਵਾਲੀ ਗੱਲ ਹੁੰਦੀ। ਪਰ ਜੇ ਕਦੇ ਹੁਣ ਤੁਸੀਂ ਪੁੱਛਿਆ ਮੈਨੂੰ ਵੀ MLA ਸਾਹਿਬ ਨੇ ਉਦਘਾਟਨ ਕੀਤੇ, ਜੇ MLA ਸਾਹਿਬ ਉਦਘਾਟਨ ਨਾ ਕਰਨ ਤਾਂ ਓਪੋਜੀਸ਼ਨ ਪਾਰਟੀ ਪੁੱਛਣ ਲੱਗ ਪੈਂਦੀ ਵੀ ਐਡਾ ਵੱਡਾ ਕੰਮ ਹੋਇਆ, ਉੱਥੇ MLA ਸਾਹਿਬ ਹਾਜ਼ਰ ਨਹੀਂ ਸੀ। ਇਹੀ ਜੀ ਗੱਲ ਨਹੀਂ, ਛੋਟਾ ਕੰਮ MLA ਸਾਹਿਬ ਕੰਮ ਛੋਟਾ ਤੇ ਵੱਡੇ 'ਚ ਮੈਂ ਫੇਰ ਕਹਿਣਾ ਕੋਈ ਅੰਤਰ ਨਹੀਂ ਹੁੰਦਾ, ਪਰ ਜਿਹੜੇ ਛੋਟੇ ਪੱਧਰ ਦੇ ਕੰਮ ਸੀ ਗਲੀਆਂ ਨਾਲੀਆਂ ਦੇ, ਉਹਨਾਂ 'ਚ ਕਿਤੇ MLA ਸਾਹਿਬ ਨਹੀਂ ਆਏ। ਉਹਨਾਂ 'ਤੇ MCਆਂ ਨੂੰ, ਚਾਹੇ ਕੋਈ BJP ਦੇ ਭਰਾ ਸੀ ਚਾਹੇ ਅਸੀਂ ਸੀ, ਉਹਨਾਂ ਨੂੰ ਅਧਿਕਾਰ ਦਿੱਤੇ ਗਏ ਸੀ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਿੱਥੇ ਜ਼ਰੂਰਤ ਹੈ ਉੱਥੇ ਕੰਮ ਕਰਵਾਓ। ਹਾਂ, ਜਿੱਥੇ ਵੱਡੇ ਕੰਮ ਹੈ, ਜਿੱਥੇ ਕਰੋੜਾਂ ਰੁਪਏ ਦੇ ਪਰਸ਼ੂਰਾਮ ਭਵਨ ਜੀ ਦਾ ਕੰਮ ਸੀ ਜਾਂ ਕਮਿਊਨਿਟੀ ਹਾਲ ਦਾ ਕੰਮ ਸੀ ਜਾਂ ਪਾਣੀ ਦੀ ਸਪਲਾਈ ਆ ਪੁਰਾਣੇ ਜਿਹੜੇ ਪ੍ਰਾਈਵੇਟ ਵਾਰਡ ਹੈ ਇਹਨਾਂ 'ਚ ਕੰਮ ਸੀ, ਜਿੱਥੇ ਕਰੋੜਾਂ ਰੁਪਏ ਦਾ, ਉਹਦੇ 'ਚ ਪੰਜਾਬ ਸਰਕਾਰ ਇਕੱਲੀ ਕੌਂਸਲ ਦਾ ਕੰਮ ਨਹੀਂ ਸੀ, ਉਹਦੇ 'ਚ ਪੰਜਾਬ ਸੀਵਰੇਜ ਬੋਰਡ ਦਾ, ਵਾਟਰ ਸਪਲਾਈ ਦਾ ਉਹ ਕੰਮ ਸੀ, ਉਹਦੇ ਵਿੱਚ MLA ਸਾਹਿਬ ਨੇ ਉਦਘਾਟਨ ਕੀਤਾ। ਤੇ MLA ਸਾਹਿਬ ਦੀ ਉਦਘਾਟਨ ਕਰਨਾ ਡਿਊਟੀ ਵੀ ਹੁੰਦੀ,
ਇਹ ਨਹੀਂ ਕਿ ਐਮਐਲਏ ਸਾਹਿਬ ਬਣ ਕੇ ਉਹ ਕਿਤੇ ਚੰਡੀਗੜ੍ਹ ਬੈਠੇ ਰਹਿਣ ਫਿਰ ਵੀ ਪਬਲਿਕ ਨੂੰ ਇਤਰਾਜ਼ ਹੁੰਦਾ। ਉਹਨਾਂ ਨੇ ਲੋਕਾਂ ਦੀ ਜ਼ਰੂਰਤਾਂ ਨੂੰ ਸਮਝਦੇ ਹੋਏ ਜਿਹੜੇ ਜ਼ਰੂਰਤ ਕੰਮ ਸੀ, ਜਿਹੜੇ ਅਰਬਾਂ ਰੁਪਏ ਦੇ ਕੰਮ ਸੀ, ਉਹਨਾਂ ਦਾ ਉਦਘਾਟਨ ਕੀਤਾ, ਜਿਹਦੇ ਨਾਲ ਸਾਡੀ ਪਾਰਟੀ ਨੂੰ ਵੀ ਮਾਣ ਹੈ ਤੇ ਨੰਗਲ ਸ਼ਹਿਰ ਦੇ ਲੋਕਾਂ ਨੂੰ ਵੀ ਮਾਣ ਹੈ ਕਿ ਜਿਹੜਾ ਸਾਡਾ ਨੁਮਾਇੰਦਾ ਹੈ ਉਹ ਸਾਡੇ ਕੰਮ ਕਰਾਉਣ ਦੇ ਵਿੱਚ ਕਿੰਨਾ ਸਮਰੱਥ ਹੈ ਤੇ ਕਿੰਨਾ ਉਹਦੀ ਉਤਸੁਕਤਾ ਹੈ ਉਹ ਕੰਮ ਕਰਵਾਉਣ ਦੀ, ਕਿੰਨਾ ਉਹਦਾ ਇੰਟਰਸਟ ਹੈ ਉਹ ਜਾਪਦਾ, ਕਿਉਂਕਿ ਉਹਨੇ ਆਪ ਆ ਕੇ ਕੰਮ ਕਰਵਾਏ। ਇਹਦਾ ਮਤਲਬ ਇਹ ਹੈ ਕਿ ਨੰਗਲ ਦੇ ਨਾਲ ਐਮਐਲਏ ਸਾਹਿਬ ਨੂੰ ਲਗਾਵ ਹੈ। ਇਸ ਲਈ ਲੋਕਾਂ ਦੀ ਸੁਵਿਧਾਵਾਂ ਲਈ ਜਿਹੜੇ ਵੱਡੇ ਕੰਮ ਕੀਤੇ ਉਹਨਾਂ ਨੇ ਆਪ ਪ੍ਰੋਜੈਕਟ ਕੀਤੇ। ਹਾਂ, ਗਲੀਆਂ ਨਾਲੀਆਂ 'ਚ ਮੈਂ ਕਹਿੰਦਾ ਕਿਸੇ ਵੀ ਵਾਰਡ ਦੇ ਵਿੱਚ ਕੋਈ ਉਦਘਾਟਨ ਨਹੀਂ ਕੀਤਾ। ਉਹ ਉਦਘਾਟਨ ਐਮਐਲਏ ਸਾਹਿਬ ਨੇ ਤਾਂ ਕੀ ਕਰਨਾ। ਅਸੀਂ ਨਹੀਂ ਕੋਈ ਫੋਟੋ ਅਖਬਾਰ ਚਲਵਾਈ 2 ਕਰੋੜ ਦੇ ਕੰਮ ਦੀ ਵੀ ਅਸੀਂ ਕੰਮ ਸ਼ੁਰੂ ਕਰਵਾ ਰਹੇ। ਇਹ ਤਾਂ ਛੋਟੀਆਂ ਗੱਲਾਂ ਹੁੰਦੀਆਂ। ਹਾਂ, ਜਿੱਥੇ ਪਬਲਿਕ ਦਾ ਕੰਮ ਹੈ, ਕਿਤੇ ਪਬਲਿਕ ਦੀ ਗੈਦਰਿੰਗ ਹੈ, ਜਿੱਥੇ ਲੋਕ ਆਪ ਚਾਹੁੰਦੇ ਹੋਣ ਕਿ ਸਾਡੇ ਐਮਐਲਏ ਆ ਕੇ ਉਦਘਾਟਨ ਕਰੇ, ਕੋਈ ਸੱਦਾ ਪੱਤਰ ਦੇਣ ਜਾਂਦਾ ਵੀ ਆਹ ਭਾਈ ਉਦਘਾਟਨ ਹੈ ਵੱਡਾ ਪਰਸ਼ੂਰਾਮ ਭਵਨ ਜੀ ਦਾ, ਕੋਈ ਬ੍ਰਾਹਮਣ ਸਭਾ ਜਾਵੇ ਜਾਂ ਕੋਈ ਹੋਰ ਧਰਮ ਨਾਲ ਸੰਬੰਧਿਤ ਸਭਾ ਜਾਵੇ, ਬਾਲਮੀਕ ਸਭਾ ਜਾਵੇ, ਉਹ ਜਾਣਾ ਐਮਐਲਏ ਸਾਹਿਬ ਦਾ ਸੱਦਾ ਪੱਤਰ ਨੂੰ ਮਨਜ਼ੂਰ ਕਰਨਾ ਤੇ ਕੰਮ ਕਰਨਾ ਉਹਨਾਂ ਦਾ ਫਰਜ਼ ਬਣਦਾ। ਤੁਹਾਨੂੰ ਨਹੀਂ ਲੱਗਦਾ ਕਿ ਪਿਛਲੇ 15 ਸਾਲਾਂ 'ਚ, ਪਿਛਲੇ 10 ਸਾਲ ਸਰਕਾਰ ਅਕਾਲੀ ਭਾਜਪਾ ਦੀ ਰਹੀ, ਹੁਣ 4 ਸਾਲ ਹੋ ਗਏ ਕਾਂਗਰਸ ਸਰਕਾਰ ਨੂੰ, ਜਿਨ੍ਹਾਂ ਚੀਜ਼ਾਂ ਵਾਸਤੇ ਵਿਧਾਇਕ ਚੁਣੇ ਜਾਂਦੇ, ਚਾਹੇ ਉਹ ਮਿੱਤਲ ਸਾਹਿਬ ਸੀ, ਚਾਹੇ ਆਹ ਪੁਰਾਣਾ KPG ਹੈ, ਜਿਨ੍ਹਾਂ ਕੰਮਾਂ ਵਾਸਤੇ ਚੁਣੇ ਜਾਂਦੇ, ਉਹਨਾਂ ਕੰਮਾਂ ਨੂੰ ਕਰਨੇ ਦੇ ਕਿਤੇ ਨਾ ਕਿਤੇ ਉਹ ਨਾਕਾਮ ਰਹੇ ਨੇ। ਦੇਖੋ 100% ਤਾਂ ਬੰਦਾ ਕਹਿ ਲਓ ਕਿ ਰੱਬ ਨੂੰ ਵੀ ਅਸੀਂ ਸਰਟੀਫਿਕੇਟ ਨਹੀਂ ਦਿੰਦੇ ਕਿ ਅਸੀਂ ਤੇਰੇ ਤੋਂ 100% ਸੰਤੁਸ਼ਟ ਹੈ। ਜੇ ਅਸੀਂ ਮੰਦਰ ਗੁਰਦੁਆਰੇ ਮੱਥਾ ਟੇਕਣ ਜਾਂਦੇ, ਰੱਬ ਤੋਂ ਕੋਈ ਮੰਗਦੇ, ਮੈਂ ਕਹਿੰਦਾ 100 ਚੀਜ਼ਾਂ 'ਚੋਂ ਸਾਨੂੰ ਇੱਕ ਨਹੀਂ ਮਿਲਦੀ, ਅਸੀਂ ਰੱਬ ਤੇ ਵੀ ਕਿੰਤੂ ਪਰੰਤੂ ਕਰ ਦਿੰਦੇ ਵੀ ਭਾਈ ਇਹ ਦਿੱਤਾ ਨਹੀਂ ਹੈ। ਪਰ ਜਿਹੜੀ ਇੰਟਰਸਟ ਦੀ ਗੱਲ ਹੁੰਦੀ, ਕੋਈ ਵੀ ਨੁਮਾਇੰਦਾ ਹੋਵੇ, ਮੈਂ BJP ਦੇ ਨੁਮਾਇੰਦੇ ਤਾਂ ਆਪਣੇ ਲੀਡਰ ਸਾਹਿਬਾਨ ਬਾਰੇ ਜ਼ਿਆਦਾ ਦੱਸ ਸਕਦੇ, ਪਰ ਕਾਂਗਰਸ ਪਾਰਟੀ ਦੇ ਲਈ ਮੈਂ ਕਹਿੰਦਾ ਵੀ ਜੇ ਨੁਮਾਇੰਦਾ ਕੋਈ ਵੀ ਹੋਵੇ, ਕੋਈ ਵੀ ਨੁਮਾਇੰਦਾ, ਖਾਸ ਕਰਕੇ ਜਿਹੜੇ ਪਿਛਲੇ ਸਮੇਂ ਤੋਂ ਰਾਣਾ ਜੀ ਜਿੱਤ ਰਹੇ, ਕੋਈ ਵੀ ਨੁਮਾਇੰਦਾ ਇਹ ਨਹੀਂ ਚਾਹੁੰਦਾ ਕਿ ਮੇਰੇ ਇਲਾਕੇ ਦਾ ਵਿਕਾਸ ਨਾ ਹੋਵੇ। ਜਿੰਨਾ ਕੁ ਵਿਕਾਸ, ਜਿਵੇਂ ਆਪਾਂ ਪਿਛਲੇ 15 ਸਾਲਾਂ ਦੀ ਗੱਲ ਕੀਤੀ, ਸਾਡਾ ਨੰਗਲ ਸ਼ਹਿਰ ਦੇ ਵਿੱਚ ਤਹਿਸੀਲ ਬਣਾਈ ਗਈ, ਸਾਡੇ ਨੰਗਲ ਸ਼ਹਿਰ 'ਚ ਨਵਾਂ ਬੱਸ ਸਟੈਂਡ ਬਣਾਇਆ ਗਿਆ, ਸਾਡੇ ਨੰਗਲ ਸ਼ਹਿਰ 'ਚ ਹੁਣ ਨਵਾਂ ਫਲਾਈਓਵਰ ਬਣਦਾ, ਜਿਹਦੀ ਪੁਰਾਣੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੀ ਮੰਗ ਸੀ, ਫਲਾਈਓਵਰ ਬਣਾਇਆ ਗਿਆ। ਸਾਡੇ ਨੰਗਲ ਦੇ ਵਿੱਚ ਰੀਕ੍ਰੀਏਸ਼ਨ ਸੈਂਟਰ ਬਣਾਏ ਗਏ। ਜਦੋਂ BBMB ਦੀ ਇੱਥੇ ਪਿੱਛੇ ਗੋਲਡਨ ਜੁਬਲੀ ਸੀ, ਹੁੱਡਾ ਸਾਹਿਬ ਵੀ ਆਏ ਕਾਂਗਰਸ ਪਾਰਟੀ ਵੱਲੋਂ ਜਾਂ ਹੋਰ ਨੁਮਾਇੰਦੇ ਆ ਕੇ, 50 ਲੱਖ ਰੁਪਈਆ ਇੰਡੋਰ ਸਟੇਡੀਅਮ ਹੈ ਜਿਹੜਾ ਉਹ ਪਿੱਛੇ ਬਣਿਆ ਹੋਇਆ, ਕੇਂਦਰ ਸਰਕਾਰ ਤੋਂ ਲਿਆ ਕੇ ਉਹ ਦਿੱਤਾ ਗਿਆ। ਹੁੱਡਾ ਸਾਹਿਬ ਦੇ ਕਾਂਗਰਸ ਵੱਲੋਂ ਰਾਣਾ ਜੀ ਨੇ ਉਹਨਾਂ ਨੂੰ ਇੱਥੇ ਬੁਲਵਾ ਕੇ ਹਸਪੀਟਲ ਨੂੰ 50 ਲੱਖ ਰੁਪਈਆ BBMB ਦੇ ਨੂੰ ਜਾਰੀ ਕਰਵਾ ਕੇ ਦਿੱਤਾ ਗਿਆ। ਯਾਨੀ ਕਿ ਕਹਿਣ ਦਾ ਮਤਲਬ ਇਹਦੇ ਵਿੱਚ ਇਹ ਸਾਰੇ ਕੰਮ ਜੇ ਤਾਂ ਹੋ ਜਾਣ ਫਿਰ ਤਾਂ ਕਹਿ ਦਿੰਦੇ ਵੀ ਇਹ ਉਹ ਫਲਾਣਾ ਕਰਾ ਗਿਆ ਜੀ, ਉਹ ਅਫਸਰ ਕਰਾ ਗਿਆ, ਜੇ ਨਾ ਹੋਣ ਤਾਂ MLA ਨੇ ਨਹੀਂ ਕਰਾਇਆ। ਇਹ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ, ਕਿਉਂਕਿ ਹਰ ਕੰਮ, ਜੋ ਵਿਕਾਸ ਦਾ ਕੰਮ ਜਿੱਥੇ MLA ਖਾਸ ਕਰਕੇ ਸਰਕਾਰਾਂ ਇਨਵੋਲਵ ਹੁੰਦੀਆਂ, ਉਸ ਕੰਮ ਦੇ ਵਿੱਚ MLA ਦਾ ਰੋਲ ਇਸ ਲਈ ਹੁੰਦਾ ਕਿ ਉਹ ਕੰਮ ਨੂੰ ਲੈ ਕੇ ਆਉਣਾ, ਉਹ ਕੰਮ ਨੂੰ ਕਰਵਾਉਣਾ, ਉਹ ਕੰਮ ਨੂੰ ਸਾਂਭ ਕੇ ਰੱਖਣਾ MLA ਦੀ ਡਿਊਟੀ ਹੁੰਦੀ। ਸਾਨੂੰ ਮਾਣ ਹੈ ਕਿ ਪਿਛਲੇ ਸਮੇਂ ਦੌਰਾਨ ਐਡੇ ਐਡੇ ਵੱਡੇ ਪ੍ਰੋਜੈਕਟ ਹੋਏ ਆ, ਉਹ ਰਾਣਾ ਜੀ ਦੀ ਬਦੌਲਤ ਇੱਥੇ ਆਏ, ਨਹੀਂ ਤਾਂ ਸ਼ਾਇਦ ਨਾ ਆਉਂਦੇ। ਤੁਸੀਂ ਨਾਲ ਦੇ ਇਲਾਕਿਆਂ 'ਚ ਕਿਤੇ ਜਾ ਕੇ ਦੇਖਿਓ, ਬਹੁਤ ਜ਼ਿਆਦਾ ਕੰਮ ਹੈ ਜਿਹੜੇ ਰੁਕੇ ਪਏ। ਫਿਰ ਵੀ ਜਿਹੜਾ ਸਾਡਾ ਇਲਾਕਾ ਹੈ, ਖਾਸ ਕਰਕੇ ਨੰਗਲ ਸ਼ਹਿਰ ਹੈ, ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ, ਠੀਕ ਹੈ ਤਿਲ ਫੁੱਲ ਕਮੀਆਂ ਤਾਂ ਘਰ ਦੇ ਵਿੱਚ, ਪਰਿਵਾਰਾਂ ਦੇ ਵਿੱਚ ਵੀ ਹੁੰਦੀਆਂ, ਪਰਿਵਾਰ ਦੀ ਰਸੋਈ ਦੇ ਵਿੱਚ ਵੀ ਹੁੰਦੀਆਂ ਕਈ ਕਮੀਆਂ ਵੀ, ਜਿਹੜੀਆਂ ਚੀਜ਼ਾਂ ਨਹੀਂ ਪੂਰੀਆਂ ਕੀਤੀਆਂ ਜਾ ਸਕਦੀਆਂ। ਪਰ ਜਿਹੜਾ ਸਾਰਾ ਦਾ ਸਾਰਾ ਕੰਮ ਹੈ, ਜਿਹੜਾ ਮੈਂ ਸਰੇ ਦਿੰਦਾ ਕਿ MLA ਸਾਹਿਬ ਦੀ ਜਿਹੜੀ ਨੀਅਤ ਹੈ ਉਹਦੇ ਵਿੱਚ ਕੋਈ ਕਮੀ ਨਹੀਂ ਹੈ। ਹਾਂ, ਨੀਅਤ ਸਾਫ਼ ਹੈ, ਕੋਈ ਕਮੀ ਰਹਿ ਜਾਂਦੀ ਉਹ ਪ੍ਰਮਾਤਮਾ ਕੋਲ ਵੀ ਰਹਿ ਜਾਂਦੀ। ਤੁਸੀਂ ਵੀ ਸਾਡੇ ਧਿਆਨ 'ਚ ਲਿਆਓ, ਲੋਕ ਵੀ ਲਿਆਉਣ, ਉਹਨਾਂ ਨੂੰ ਆਉਣ ਵਾਲੇ ਸਮੇਂ 'ਚ ਪੂਰਾ ਕੀਤਾ ਜਾਊਗਾ। ਤੁਸੀਂ ਬਤੌਰ MC ਪਿਛਲੇ 10 ਸਾਲਾਂ 'ਚ ਕੌਂਸਲ ਵਿੱਚ ਕੌਂਸਲ ਦੇ ਕੰਮਾਂ ਨੂੰ ਲੈ ਕੇ ਜਾਂ ਜਿਹੜੇ ਘੁਟਾਲੇ ਹੋਏ ਉਹਨਾਂ ਨੂੰ ਕਾਫੀ ਉਜਾਗਰ ਕੀਤਾ। ਕੋਈ ਐਸਾ ਘੁਟਾਲਾ ਜਿਹਨੂੰ ਤੁਸੀਂ ਅਖੀਰ ਤੱਕ ਪੁਜਾਇਆ ਹੋਵੇ? ਦੇਖੋ, ਘੁਟਾਲਾ ਉਜਾਗਰ ਕਰਨਾ ਅਲੱਗ ਹੁੰਦੀ, ਅਖੀਰ ਤੱਕ ਪਹੁੰਚਾਉਣਾ ਸਰਕਾਰਾਂ ਦੇ, ਅਫਸਰਾਂ ਦੇ ਜਾਂ ਪ੍ਰਸ਼ਾਸਨ ਦਾ ਜਿਹਦਾ ਘੁਟਾਲਾ ਹੁੰਦਾ ਉਹ ਹੈ। ਹੁਣ ਜੇ ਮੈਂ ਵਿਜੀਲੈਂਸ ਅੱਗੇ 2-2 3-3 ਵਾਰ ਬਿਆਨ ਦੇ ਦੇਵਾਂ, ਮੇਰੀ ਡਿਊਟੀ ਤਾਂ ਇੱਥੇ ਤੱਕ ਹੈ। ਮੇਰੀ ਡਿਊਟੀ, ਮੈਂ ਵਿਜੀਲੈਂਸ ਤਾਂ ਬਣ ਨਹੀਂ ਸਕਦਾ। ਅੱਜ ਸਰਕਾਰ ਤੁਹਾਡੀ ਹੈ, ਉਹਦੇ ਬਾਵਜੂਦ ਦੇਖੋ ਮੈਂ ਸਰਕਾਰ 'ਚ ਇੱਕ MC ਹਾਂ, ਮੇਰੇ ਵਰਗਾ ਮੈਂ ਕਹਿੰਦਾ 20,000 MC ਨੰਗਲ ਪੰਜਾਬ 'ਚ ਹੋਊਗਾ। ਇਹ ਕਹੋ ਵੀ MC ਹੋਣ ਦੇ ਬਾਵਜੂਦ ਐਡੀਆਂ ਐਡੀਆਂ ਟੱਕਰਾਂ ਲਈਆਂ, ਐਡੇ ਐਡੇ ਪੰਗੇ ਲਏ, ਐਡੇ ਐਡੇ ਘੁਟਾਲਿਆਂ ਨੂੰ ਉਜਾਗਰ ਕੀਤਾ, ਉਹਨਾਂ ਦੀ ਪੈਰਵੀ ਕੀਤੀ, ਦਿੱਲੀ ਤੱਕ ਗਏ, ਕੋਰਟਾਂ ਦੇ ਵਿੱਚ ਗਏ। ਹੁਣ ਮੈਂ ਰੱਬ ਤਾਂ ਹੈ ਨਹੀਂ, ਮੈਂ ਤਾਂ ਕੋਸ਼ਿਸ਼ ਕਰ ਸਕਦਾ ਨਾ, ਮੇਰੇ ਵਰਗਾ 20,000 MC ਹੋਊਗਾ ਪੰਜਾਬ ਦੇ ਵਿੱਚ, ਸਾਰੇ ਦੇ ਵਿੱਚ। ਕਿੰਨੇ ਘੁਟਾਲੇ ਉਜਾਗਰ ਕੀਤੇ, ਕਿੱਡੇ ਕਿੱਡੇ ਵੱਡੇ ਘੁਟਾਲੇ ਹੋਏ। ਘੁਟਾਲੇ ਉਜਾਗਰ ਕਰਨਾ ਪਰਮਾਤਮਾ ਦੀ ਮਿਹਰ ਨਾਲ ਇੱਕ ਬਹੁਤ ਵੱਡਾ ਸਟੈਪ ਹੁੰਦਾ। ਉਹ ਤੋਂ ਬਾਅਦ ਉਹਨੂੰ ਅਮਲ ਜਿਹੜਾ ਚੜਾਉਣਾ ਹੈ, ਉਹ ਅਮਲ ਅਥਾਰਟੀਜ਼ ਨੇ ਚੜਾਉਣਾ ਹੁੰਦਾ।
ਉਹ ਅਥਾਰਟੀਜ਼ ਨਹੀਂ ਚਲਾਉਂਦੀਆਂ ਜਾਂ ਉਹਨਾਂ ਨੂੰ ਕੋਈ ਟੈਕਨੀਕਲ ਜਾਂ ਕੋਈ ਲੀਗਲ ਜਾਂ ਕੋਈ ਪ੍ਰੈਸ਼ਰ ਹੈ, ਇਹ ਉਹ ਦੱਸ ਸਕਦੀਆਂ। ਹਾਂ, ਸਾਡੀ ਡਿਊਟੀ ਇਹ ਹੈ ਕਿ ਘੁਟਾਲਿਆਂ ਨੂੰ ਉਜਾਗਰ ਕਰੋ, ਕਰਪਸ਼ਨ ਦਾ ਵਿਰੋਧ ਕਰੋ, ਲੋਕਾਂ ਦੇ ਨਾਲ ਬੇਈਮਾਨੀ ਨਾ ਕਰੋ, ਲੋਕਾਂ ਦੀ ਜਿਹੜੀ ਸੁੱਖ ਦੁੱਖ ਦੇ ਵਿੱਚ ਹਾਜ਼ਰ ਹੋ, ਲੋਕਾਂ ਨਾਲ ਧੋਖਾ ਨਾ ਕਰੋ। ਮੈਂ ਪਿਛਲੀ ਵਾਰ ਵੀ ਮਾਤਾ ਨੈਣਾ ਦੇਵੀ ਤੇ ਵਾਹਿਗੁਰੂ ਦੀ ਸਹੁੰ ਖਾ ਕੇ ਸ਼ਹੀਦ ਸਿੰਘਾਂ ਦੀ ਕਿਹਾ ਸੀ ਕਿ ਜੇ ਮੈਂ ਕੌਂਸਲ ਦੇ ਵਿੱਚ ਰਿਸ਼ਵਤ ਕਰਨ ਲਈ ਚੱਲਾਂ ਫਿਰ ਮੈਂ ਹਾਰ ਜਾਵਾਂ। ਮੈਂ ਐਤਕੀ ਵੀ ਕਹਿੰਦਾ, ਜੇ ਮੈਨੂੰ ਪਾਰਟੀ ਟਿਕਟ ਦੇਵੇ ਵੀ ਮੈਂ ਉੱਥੇ ਰਿਸ਼ਵਤਾਂ ਖਾਣ ਲਈ ਕਹਿੰਦਾ ਵੀ ਮੇਰੇ ਮਨ 'ਚ ਇਸ ਟਾਈਮ ਇਸ ਦਿਮਾਗ ਦੇ ਵਿੱਚ ਇਹ ਘੁੰਮ ਰਿਹਾ ਕਿ ਅੱਜ ਬਾਬਾ ਹੁਣ ਮੈਂ ਕੌਂਸਲਰ ਬਣ ਜਾਵਾਂ, ਪਿਛਲੇ ਵਾਰ ਤਾਂ ਖਾਧਾ ਨਹੀਂ, ਐਤਕੀ ਮੈਂ ਖਾ ਕੇ ਨਿਕਲਣਾ ਤਾਂ ਵੀ ਮੈਂ ਹਾਰ ਜਾਵਾਂ। ਮੇਰੇ ਹਜੇ ਤੱਕ ਵੀ ਮਨ 'ਚ ਪਰਮਾਤਮਾ ਇਹੋ ਜਿਹਾ ਗਲਤ ਕੰਮ ਨਾ ਕਰਾਵੇ, ਮੇਰੇ ਹਜੇ ਤੱਕ ਵੀ ਮਨ 'ਚ ਇਹ ਹੈ ਕਿ ਮੈਂ ਉੱਥੇ ਪੈਸਾ ਖਾਣ ਨਹੀਂ ਜਾਣਾ, ਮੈਂ ਉੱਥੇ ਲੁੱਟਣ ਨਹੀਂ ਜਾਣਾ। ਮੇਰੇ ਕੋਲ ਜਿੰਨੀ ਕੁ ਮੇਰੀ ਹਿੰਮਤ ਹੈ, 1000 MC ਹੁੰਦਾ ਕਿਆ ਹੈ, ਇਹ ਤਾਂ ਪਰਮਾਤਮਾ ਨੇ ਸਾਨੂੰ ਬਲ ਬਖਸ਼ਿਆ ਹੋਇਆ ਕਿ ਅਸੀਂ MC ਹੋ ਕੇ ਐਡੇ ਐਡੇ ਪੰਗੇ ਲੈ ਰਹੇ। ਪਰ ਇੱਕ MC ਦੀ ਹੋਂਦ ਕਿਆ ਹੁੰਦੀ? ਕੁਛ ਵੀ ਨਹੀਂ। ਇੱਕ MC ਦਾ ਇੱਕ ਵਿਚਾਰਾ ਵਿਚੋਲਾ ਜਿਹਾ ਹੁੰਦਾ ਵੀ ਕਿਸੇ ਦੀ ਭਾਈ ਸਫਾਈ ਕਰਾਤੀ, ਕਿਸੇ ਦੇ ਪਾਣੀ ਪਜਾਤਾ, ਕਿਸੇ ਤੋਂ ਗਾਲਾਂ ਸੁਣ ਲੀਆਂ, ਕਿਸੇ ਤੋਂ ਨਾਰਾਜ਼ਗੀ ਸਹਿਣ ਕਰ ਲਈ, ਕਿਸੇ ਤੋਂ ਗਲਤ ਅਪਸ਼ਬਦ ਸੁਣ ਲਏ। MC ਦਾ ਤਾਂ ਅੱਜ ਕੱਲ੍ਹ ਇਹ ਕੰਮ ਹੈ। ਪਰ ਐਜ਼ ਏ MC ਹੋਣ ਦੇ ਨਾਤੇ ਅਸੀਂ ਵੱਡੀਆਂ ਵੱਡੀਆਂ ਲੜਾਈਆਂ ਲੜੀਆਂ, ਸਰਕਾਰਾਂ ਦੇ ਖਿਲਾਫ ਲੜੀਆਂ, ਓਪੋਜੀਸ਼ਨ ਦੇ ਬਾਦਲ ਸਾਹਿਬ ਦੀ ਸਰਕਾਰ ਦੇ ਖਿਲਾਫ ਲੜਾਈਆਂ ਲੜਦੇ ਰਹੇ, ਮਾਈਨਿੰਗ ਦੇ ਖਿਲਾਫ ਲੜਾਈਆਂ ਲੜਦੇ ਰਹੇ, ਕਰਪਸ਼ਨ ਦੇ ਖਿਲਾਫ ਲੜਾਈਆਂ ਲੜਦੇ ਰਹੇ, ਕੌਂਸਲ ਚੋਰੇ ਘੁਟਾਲਿਆਂ ਦੇ ਖਿਲਾਫ ਲੜਾਈਆਂ ਲੜਦੇ ਰਹੇ, ਥਾਣੇਦਾਰਾਂ SSPਆਂ ਦੇ ਖਿਲਾਫ ਲੜਾਈਆਂ ਲੜਦੇ ਰਹੇ, ਡਿਪਟੀ ਕਮਿਸ਼ਨਰ ਦੇ ਖਿਲਾਫ ਲੜਾਈ ਲੜਦੇ ਰਹੇ, ਬੜੇ ਬੜੇ ਮੰਤਰੀਆਂ ਦੇ ਖਿਲਾਫ ਲੜਾਈ ਲੜਦੇ ਰਹੇ। ਹੋਰ ਇਹ ਤੋਂ ਵੱਧ MC ਕੀ ਕਰ ਲੂੰ? ਮੈਂ ਕਹਿੰਦਾ ਐਡੀਆਂ ਲੜਾਈਆਂ ਤਾਂ MP ਨਹੀਂ ਲੜਦੇ ਜਾ ਕੇ। ਆਪਾਂ ਇੰਨੀਆਂ ਕਿ ਲੜਾਈਆਂ ਲੜਨ ਯੋਗ ਹੈ, ਉਹ ਵੀ ਤੁਹਾਡੇ ਭਰਾਵਾਂ ਦੇ ਸਹਿਯੋਗ ਦੇ ਨਾਲ ਤੇ ਲੋਕਾਂ ਦੇ ਵਿਸ਼ਵਾਸ ਦੇ ਨਾਲ। ਤੇ ਸਭ ਤੋਂ ਵੱਡਾ ਜਿਹੜਾ ਮੈਂ ਪਰਮਾਤਮਾ ਦਾ ਨਾਮ ਲੈਂਦਾ, ਜਿੱਥੇ ਪਰਮਾਤਮਾ, ਜਿੱਥੇ ਤੁਸੀਂ ਸੱਚ ਹੈ ਉੱਥੇ ਪਰਮਾਤਮਾ ਦਾ ਪਹਿਰਾ ਹੁੰਦਾ। ਜਦੋਂ ਅਸੀਂ ਸੱਚੇ ਕੰਮਾਂ ਲਈ ਤੁਰਦੇ, ਤੁਹਾਡੇ ਨਾਲ ਪਰਮਾਤਮਾ ਨਾਲ ਚੱਲਦਾ। ਤੇ ਮੈਂ ਪਰਮਾਤਮਾ ਅੱਗੇ ਵੀ ਬੇਨਤੀ ਕਰਦਾ ਕਿ ਸਾਨੂੰ ਚੋਰੀ ਕਰਨ ਲਈ ਤੂੰ ਕੋਈ ਮੌਕਾ ਹੀ ਨਾ ਦਈ, ਬਸ ਸਾਡੀ ਰੋਟੀ ਪਾਣੀ ਚੱਲੀ ਜਾਵੇ। ਸਾਡੀ ਇਹੀ ਇੱਛਾ ਹੈ, ਸਾਨੂੰ ਹੋਰ ਕੁਝ ਨਹੀਂ ਚਾਹੀਦਾ ਕੌਂਸਲ ਬਣ ਕੇ। ਮੈਂ ਇਹ ਕਹਿਣਾ ਕਿ ਜੇ ਪਰਮਾਤਮਾ ਨੇ ਜਾਂ ਸਾਨੂੰ ਪਾਰਟੀ ਨੇ ਐਤਕੀ ਸੋਚਿਆ ਵੀ ਅਸੀਂ ਕਾਬਲ ਹੈ, ਇਹਦੇ ਸਾਨੂੰ ਟਿਕਟ ਦਿੱਤੀ ਜਾਵੇ, ਜਾਂ ਨੰਗਲ ਦੇ ਸੂਝਵਾਨ ਵੋਟਰਾਂ ਨੇ ਸੋਚਿਆ ਕਿ ਅਸੀਂ ਜਿੱਤ ਪ੍ਰਾਪਤ ਕਰੀਏ, ਤਾਂ ਵੀ ਨੰਗਲ ਦੇ ਲੋਕਾਂ ਦੀ ਆਪਾਂ ਹਿੱਤਾਂ ਦੀ ਲੜਾਈ ਲੜਾਂਗੇ। ਪਰ ਲੋਕ ਐਕਸੈਪਟ ਤਾਂ ਲੋਕ ਪਰਮਾਤਮਾ ਨੂੰ ਨਹੀਂ ਬਖਸ਼ਦੇ, ਪਰ ਆਪਾਂ ਉੱਥੇ ਜਾ ਕੇ ਲੁੱਟ ਨਹੀਂ ਮਚਾਉਂਗੇ, ਲੁੱਟ ਦੇ ਖਿਲਾਫ ਲੜਾਈ ਲੜੂਗੇ। ਸਾਡਾ ਤਾਂ ਇੰਨਾ ਹੀ ਇੱਛਾ ਹੈ, ਬਸ ਹੋਰ ਕੋਈ ਇੱਛਾ ਨਹੀਂ ਹੈ। ਐਸੇ ਕੰਮ ਜਿਨ੍ਹਾਂ ਨੂੰ ਦੇਖਦੇ ਹੋਏ ਲੋਕ, ਸਰਕਾਰ ਦੇ ਐਸੇ ਕੰਮ, ਪੰਜਾਬ ਸਰਕਾਰ ਦੇ ਜਿਨ੍ਹਾਂ ਨੂੰ ਦੇਖਦੇ ਹੋਏ ਕੌਂਸਲ ਕਾਂਗਰਸ ਨੂੰ ਦਿੱਤੀ ਜਾਵੇ। ਦੇਖੋ, ਸਰਕਾਰ ਤੇ ਕੌਂਸਲ ਦੇ ਕੰਮ ਲੱਗ ਗਿਆ। ਤੁਸੀਂ ਮੈਨੂੰ ਕੌਂਸਲ ਦੀਆਂ ਜਿਹੜਾ ਚੋਣਾਂ ਹੁੰਦੀਆਂ, BJP ਵਾਲਾ ਭਰਾ ਕਾਂਗਰਸ ਨੂੰ ਪਾ ਜਾਂਦਾ, ਕਾਂਗਰਸ ਵਾਲਾ ਭਰਾ BJP ਨੂੰ ਪਾ ਜਾਂਦਾ। ਇਹ ਜਿਹੜੀਆਂ ਚੋਣਾਂ ਹੁੰਦੀਆਂ ਸਥਾਨਕ ਪੱਧਰ ਤੇ ਹੁੰਦੀਆਂ, ਇਹ ਸਰਕਾਰਾਂ ਦੇ ਕੰਮਾਂ ਤੇ ਨਹੀਂ ਚੋਣਾਂ ਹੁੰਦੀਆਂ। ਸਰਕਾਰਾਂ ਦੇ ਕੰਮਾਂ ਤੇ ਚੋਣਾਂ ਹੋਣਗੀਆਂ ਵਿਧਾਨ ਸਭਾ ਦੀਆਂ, ਕੇਂਦਰ ਸਰਕਾਰ ਦੇ ਕੰਮਾਂ ਤੇ ਹੋਣਗੀਆਂ ਲੋਕ ਸਭਾ ਦੀਆਂ ਚੋਣਾਂ। ਇਹ ਜਿਹੜੀਆਂ ਚੋਣਾਂ ਹੈ ਇਹ ਹੁੰਦੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ। ਇਹ ਪਾਰਟੀ ਤੋਂ ਉੱਪਰ ਉੱਠ ਕੇ ਹੁੰਦੀਆਂ ਚੋਣਾਂ। ਕੋਈ BJP ਦੇ ਬੰਦੇ ਕਾਂਗਰਸ ਦੀ ਮਦਦ ਕਰਦੇ ਨੇ, ਬੰਦਾ ਦੇਖ ਕੇ ਚੰਗਾ, ਕੋਈ ਕਾਂਗਰਸ ਦੇ ਬੰਦੇ BJP ਦੀ ਮਦਦ ਕਰਦੇ ਨੇ ਵੀ ਇਹ ਬੰਦਾ ਚੰਗਾ। ਇਹ ਬੰਦੇ ਦਾ ਚਿਹਰੇ ਚੱਲਦੇ ਇਹਨਾਂ ਚੋਣਾਂ 'ਚ, ਇਹ ਸਥਾਨਕ ਕੰਮ ਚੱਲਦੇ ਕਿ ਕਿਹੜਾ ਬੰਦਾ ਕਿੰਨਾ ਕੁ ਕੰਮ ਕਰਨ ਜੋਗਾ, ਕਿੰਨਾ ਕੁ ਇਮਾਨਦਾਰ ਹੈ, ਕਿੰਨਾ ਕੁ ਬੰਦਾ ਸਾਡੀ ਥਾਣੀਆਂ ਕਚਹਿਰੀਆਂ 'ਚ ਲੜਾਈ ਲੜੂਗਾ, ਕਿੰਨਾ ਕੁ ਸਾਨੂੰ ਅਵੇਲੇਬਿਲਟੀ ਦਿਖਾ ਕੇ ਔਖੀਆਂ ਔਕੜਾਂ ਦੇ ਸਮੇਂ ਸਾਡੇ ਨਾਲ ਖੜੂਗਾ। ਇਹ ਚੋਣਾਂ ਉਹਨਾਂ ਦੇ ਸਿਰਾਂ 'ਤੇ ਲੜੀਆਂ ਜਾਂਦੀਆਂ। ਕਾਂਗਰਸ ਪਾਰਟੀ ਨਾ ਚੋਣਾਂ ਨੂੰ ਜਿੱਤੇਗੀ। ਹਾਂ, ਦੂਜੀ ਗੱਲ ਮੈਂ ਇਹ ਕਹਿਣਾ, ਜਿਹੜਾ ਕੋਈ ਭਾਵੇਂ BJP ਦਾ ਵੀ ਉਮੀਦਵਾਰ ਹੈ, ਜਿਹੜੇ ਬੰਦੇ ਨੇ ਚੰਗੇ ਕੰਮ ਕੀਤੇ, ਜਾਂ ਕੋਈ ਆਜ਼ਾਦ ਉਮੀਦਵਾਰ ਹੈ, ਜਿਹੜੇ ਬੰਦੇ ਨੇ ਚੰਗੇ ਕੰਮ ਕੀਤੇ, ਉਹਨੂੰ ਵੀ ਲੋਕ ਪਾਰਟੀ ਹਿੱਤਾਂ ਤੋਂ ਉੱਪਰ ਉੱਠ ਕੇ ਵੋਟ ਪਾਉਂਦੇ। ਉਹਨਾਂ ਦਾ ਜੇ ਅਸੀਂ ਵੀ ਵਿਰੋਧ ਕਰੀਏ, ਲੋਕ ਨਹੀਂ ਵਿਰੋਧ ਚੱਲਦੇ। ਲੋਕ ਬਹੁਤ ਸਿਆਣੇ ਆ, ਜਿਹੜੇ ਵੋਟਰ ਹੈ ਅੱਜ ਕੱਲ੍ਹ, ਉਹ ਲੀਡਰਾਂ ਨਾਲੋਂ, ਆਗੂਆਂ ਨਾਲੋਂ, MCਆਂ ਨਾਲੋਂ ਜ਼ਿਆਦਾ ਸੁਚੇਤ ਹੈ, ਜ਼ਿਆਦਾ ਅਵੇਅਰ ਹੈ। ਉਹਨਾਂ ਨੂੰ ਪਤਾ ਹੈ ਵੀ ਅਸੀਂ ਕਿਹਨੂੰ ਵੋਟ ਪਾਣੀ। ਲੋਕਾਂ ਨੂੰ ਭਰਮਾਇਆ ਨਹੀਂ ਜਾ ਸਕਦਾ, ਨਾ ਪੈਸੇ ਨਾਲ, ਨਾ ਲੋਕਾਂ ਨੂੰ ਗੱਲਾਂ ਨਾਲ ਭਰਮਾਇਆ ਜਾ ਸਕਦਾ। ਲੋਕਾਂ ਦੇ ਅੱਗੇ ਕੰਮ ਕਰਨੇ ਪੈਣੇ। ਜਿਹੜਾ MC ਦਾ ਕੰਮ ਹੁੰਦਾ, ਇਹ ਸਰਕਾਰਾਂ ਦੀਆਂ ਗੱਲਾਂ ਤੇ ਚੋਣਾਂ ਨਹੀਂ ਲੜੀਆਂ ਜਾਂਦੀਆਂ ਹੁੰਦੀਆਂ, ਨੀਤੀਆਂ ਤੇ। MC ਦੀਆਂ ਚੋਣਾਂ ਆਪਣੇ ਵਿਵਹਾਰ ਤੇ ਲੜੀਆਂ ਜਾਂਦੀਆਂ ਹੁੰਦੀਆਂ, ਆਪਣੇ ਜਿਹੜੇ ਕੰਮ ਕਰਵਾਏ ਵਾਰਡ ਦੇ ਉਹਨਾਂ ਤੇ ਲੜੀਆਂ ਜਾਂਦੀਆਂ, ਤੁਹਾਡੀ ਬੋਲਚਾਲ ਤੇ ਲੜੀਆਂ ਜਾਂਦੀਆਂ, ਤੁਹਾਡੀ ਇਮਾਨਦਾਰੀ ਤੇ ਲੜੀਆਂ ਜਾਂਦੀਆਂ। ਤੇ ਕਾਂਗਰਸ ਪਾਰਟੀ ਦੇ ਵੱਧੋ ਵੱਧ ਉਮੀਦਵਾਰਾਂ ਨੇ ਜਿਹੜੇ ਵੀ ਦਿੱਤੇ ਜਾਣਗੇ, ਉਹ ਪਾਰਟੀ ਨੇ ਡਿਸਾਈਡ ਕਰਨਾ। ਮੈਂ ਜੋ ਸੋਚਦਾ ਵੀ ਪਾਰਟੀ ਤੇ ਰਾਣਾ ਜੀ ਚੰਗੇ ਉਮੀਦਵਾਰਾਂ ਨੂੰ ਚੁਣ ਕੇ ਦੇਣਗੇ ਤਾਂ ਜੋ ਕੌਂਸਲ ਬਣੇ। ਅਸੀਂ ਤਾਂ ਸੇਵਾ ਹੀ ਕਰਨੀ। ਮੈਂ ਤਾਂ ਤੁਹਾਡੇ ਅੱਗੇ ਵੀ ਕਹਿੰਦੇ, ਆਪਾਂ ਨੂੰ ਕੋਈ ਪ੍ਰਧਾਨਗੀ ਦਾ, ਕੋਈ ਕਿਸੇ ਚੀਜ਼ ਦਾ ਲਾਲਚ ਨਹੀਂ ਆ। ਆਪਾਂ ਤਾਂ ਕਹਿੰਦੇ ਕੌਂਸਲ ਬਣੇ। ਕੌਂਸਲ ਬਣਨ ਤੋਂ ਬਾਅਦ ਅਸੀਂ ਕੋਸ਼ਿਸ਼ ਕਰੀਏ ਕਿ ਨੰਗਲ ਦੇ ਪੈਸੇ ਦੀ ਲੁੱਟ ਨਾ ਹੋਣ ਦਿੱਤੀ ਜਾਵੇ, ਤੇ ਨੰਗਲ ਦੇ ਪੈਸੇ ਨੂੰ ਨੰਗਲ ਦੇ ਸ਼ਹਿਰ ਦੇ ਵਿੱਚ ਲਾਇਆ ਜਾਵੇ, ਤੇ ਲੋਕਾਂ ਨੂੰ ਜਿਹੜੀਆਂ ਬੇਸਿਕ ਐਮਿਨਿਟੀਜ਼ ਹੈ, ਜਿਹੜੀਆਂ ਸੁਵਿਧਾਵਾਂ ਹੈ ਲੋਕਾਂ ਨੂੰ ਕੌਂਸਲ ਦੇ ਸਕਦੀ, ਉਹ ਪ੍ਰੋਵਾਈਡ ਕੀਤੀਆਂ ਜਾਣ, ਤੇ ਆਪਸੀ ਭਾਈਚਾਰੇ ਨਾਲ ਚੋਣਾਂ ਲੜੀਆਂ ਜਾਣ। ਆਪਾਂ ਤਾਂ ਇਹ ਕਹਿੰਦੇ। ਇੱਕ ਆਖਰੀ ਸਵਾਲ ਕਿ ਕੱਲ੍ਹ ਨੂੰ ਤੁਸੀਂ MC ਬਣਦੇ ਹੋ, ਦੁਬਾਰਾ ਚੁਣੇ ਜਾਂਦੇ ਹੋ,
ਐਸੇ ਕੋਈ ਮੁੱਖ ਕੰਮ ਜਿਹੜੇ ਤੁਸੀਂ ਕਰਵਾਉਣਾ ਚਾਹੋਗੇ ਆਪਣੇ ਵਾਰਡ ਦੇ? ਦੇਖੋ ਕੰਮ ਤਾਂ ਮੁੱਕਦੇ ਨਹੀਂ, ਪਰ ਮੈਂ ਇਹ ਸੋਚਦਾ ਮੇਰੇ ਵਾਰਡ 'ਚ ਹੁਣ ਕੋਈ ਕੰਮੇ ਨਹੀਂ ਰਿਹਾ, ਕਿਉਂਕਿ ਕੰਮ ਇੰਨੇ ਹੋ ਗਏ। ਮੈਂ ਤੁਹਾਡਾ ਕਹਿਣ ਦਾ ਮਤਲਬ ਹੈ ਜਿੱਦਾਂ ਮਿੱਤਲ ਸਾਹਿਬ ਨੇ ਪਿਛਲੇ ਟਾਈਮ ਕਿਹਾ था ਕਿ ਮੈਂ ਬੋਰਡ ਲਵਾ ਦੂੰਗਾ ਕਿ ਇਸ ਪਿੰਡ 'ਚ ਕੋਈ ਕੰਮ ਨਹੀਂ, ਤੁਹਾਡੇ ਵਾਰਡ 'ਚ ਕੰਮ ਹੋ ਗਿਆ? ਨਹੀਂ, ਮੇਰੇ ਮਿੱਤਲ ਸਾਹਿਬ ਤਾਂ ਬਹੁਤ ਵੱਡੇ ਲੀਡਰ ਹੈ, ਯਾਨੀ ਕਿ ਮੈਂ ਉਹਨਾਂ ਦੇ ਆਪਾਂ ਮਿੱਤਲ ਸਾਹਿਬ ਹੋਏ, ਰਾਣਾ ਜੀ ਹੋਏ, ਇਹ ਤਾਂ ਇੱਕ ਵੱਡੀ ਕਤਾਰ ਦੇ ਲੀਡਰ ਹੈ, ਆਪਾਂ ਉਹਨਾਂ ਦੇ ਮੁਕਾਬਲੇ ਦੇ ਨਹੀਂ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੇਰੇ ਜਿਹੜੇ ਵਾਰਡ ਦੇ ਲੋਕ ਹੈ, ਪੜ੍ਹੇ ਲਿਖੇ ਵੋਟਰ ਹੈ, ਉਹ ਆਪਣਾ ਪਿਆਰ ਚਾਹੁੰਦੇ। ਉੱਥੇ ਤਾਂ BBMB ਵੀ ਕੰਮ ਕਰਦੀ, ਉੱਥੇ ਤਾਂ ਕੌਂਸਲ ਵੀ ਕੰਮ ਕਰਦੀ, ਮੈਂ ਕੌਣ ਹੁੰਦਾ ਕਰਾਉਣ ਵਾਲਾ? ਜੇ ਮੈਂ ਨਾ ਵੀ ਹੋਵਾਂ ਤਾਂ ਵੀ ਉੱਥੇ ਕੰਮ ਹੁੰਦਾ। ਉੱਥੇ ਦੇ ਲੋਕ ਇਮਾਨਦਾਰੀ ਚਾਹੁੰਦੇ, ਉੱਥੇ ਦੇ ਲੋਕ ਚਾਹੁੰਦੇ ਕਿ ਸਾਡਾ ਜਿਹੜਾ ਨੁਮਾਇੰਦਾ ਇਸ ਤਰ੍ਹਾਂ ਦਾ ਨੁਮਾਇੰਦਾ ਹੋਵੇ, ਸਾਡੇ ਸੁੱਖ ਦੁੱਖ 'ਚ ਆ ਕੇ ਖੜੇ। ਉੱਥੇ ਦੇ ਲੋਕ ਇਹ ਚਾਹੁੰਦੇ ਕਿ ਜਿਹੜਾ ਸਾਡਾ ਨੁਮਾਇੰਦਾ ਉਹ ਚੋਰ ਨਾ ਹੋਵੇ, ਸਾਡਾ ਨੁਮਾਇੰਦਾ ਇਮਾਨਦਾਰ ਹੋਵੇ, ਅਤੇ ਸਾਡਾ ਨੁਮਾਇੰਦਾ ਨੰਗਲ ਦੇ ਵਾਰਡ ਦੇ ਨਾਲ ਸ਼ਹਿਰ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਹੋਵੇ। ਅਤੇ ਮੈਨੂੰ ਇਹ ਲੱਗਦਾ ਕਿ ਮੈਂ ਉਹਨਾਂ ਦੀਆਂ ਜਿਹੜੀਆਂ ਆਸਾਂ ਉਹਨਾਂ 'ਤੇ ਖਰਾ ਉਤਰਦਾ। ਜਿਹੜੇ ਕੰਮਾਂ ਦੀ ਗਿਣਤੀ ਹੁੰਦੀ, ਕੰਮ ਇੱਕ ਗਲੀਆਂ ਨਾਲੀਆਂ ਬਣਾਉਣਾ ਛੋਟੀ ਚੀਜ਼ ਹੈ। ਜਦੋਂ ਆਪਣਾ ਜਿਹੜਾ ਤੁਹਾਡਾ ਵਿਵਹਾਰ ਹੈ ਲੋਕਾਂ ਨਾਲ, ਜਿਹੜਾ ਤੁਹਾਡਾ ਮਿਲਣਾ ਜੁੜਨਾ ਹੈ ਲੋਕਾਂ ਦੇ ਨਾਲ, ਜਿਹੜਾ ਤੁਹਾਡੀ ਲੋਕਾਂ ਨਾਲ ਬੋਲੀ ਹੈ, ਲੋਕਾਂ ਦੇ ਸੁੱਖ ਦੁੱਖ 'ਚ ਖੜਨਾ, MC ਦਾ ਇਹ ਕੰਮ ਹੁੰਦਾ। ਗਲੀਆਂ ਨਾਲੀਆਂ ਤਾਂ ਜਦ ਅਸੀਂ ਨਹੀਂ ਵੀ ਰਹਿਣਾ MC, ਉਦੋਂ ਵੀ ਬਣਦੀਆਂ ਰਹਿਣੀਆਂ। ਉਹ ਕੰਮਾਂ ਦੀ ਮੈਂ ਗੱਲ ਨਹੀਂ ਕਰਦਾ। ਮੈਂ ਕਿਹੜਾ ਵਾਰਡ 'ਚ ਇੰਡਸਟਰੀ ਲਵਾ ਦੇਣੀ? ਕੋਈ MC ਦਾ ਕੰਮ ਨਹੀਂ ਨਾ। MC ਦਾ ਕੰਮ ਤਾਂ ਇਹ ਹੈ ਵੀ ਆਪਣੇ ਵਾਰਡ 'ਚ, ਆਪਣੇ ਸ਼ਹਿਰ ਦੇ ਵਿੱਚ ਭਾਈਚਾਰਾ ਬਣਾ ਕੇ ਰੱਖਣਾ। ਮੈਂ ਬਸ ਆਖਰ ਦੇ ਵਿੱਚ ਬੇਨਤੀ ਕਰਦਾ ਕਿ ਸਾਰੇ ਭਰਾਵਾਂ ਨੂੰ, ਨੰਗਲ ਦੇ ਸੂਝਵਾਨ ਵੋਟਰਾਂ ਨੂੰ, ਬਈ ਚੰਗੇ ਉਮੀਦਵਾਰਾਂ ਨੂੰ ਐਤਕੀ ਪਾਰਟੀ 'ਚ ਆਪਾਂ ਲਿਆਈਏ ਅਤੇ ਚੰਗੇ ਉਮੀਦਵਾਰਾਂ ਨੂੰ ਵੋਟਾਂ ਪਾਓ, ਤਾਂ ਜੋ ਜਿਹੜੇ ਕੋਈ ਵੀ ਇਮਾਨਦਾਰ ਬੰਦਾ ਹੈ ਉਹਦਾ ਹੌਸਲਾ ਨਾ ਟੁੱਟੇ, ਉਹ ਬੰਦਾ ਅੱਗੇ ਤੋਂ ਆਉਣ ਵਾਲੇ ਸਮੇਂ 'ਚ ਸ਼ਹਿਰ ਦੀ ਲੜਾਈ ਲੜ ਸਕੇ, ਉਹ ਬੰਦਾ ਇਮਾਨਦਾਰ ਰਹਿ ਕੇ ਤੁਹਾਡੀ ਸੇਵਾ ਕਰ ਸਕੇ। ਇਸ ਤਰ੍ਹਾਂ ਦੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇ ਤਾਂ ਜੋ ਸਾਡਾ ਨੰਗਲ ਸ਼ਹਿਰ ਆਪਸ 'ਚ ਭਾਈਚਾਰਾ ਬਣਿਆ ਰਹੇ, ਆਪਸ ਦੇ ਵਿੱਚ ਅਸੀਂ ਐਨ ਹੱਸੀਏ ਖੇਡੀਏ ਪਾਰਟੀ ਨੀਤਾਂ ਤੋਂ ਉੱਪਰ ਉੱਠ ਕੇ। ਇਹੀ ਮੇਰਾ ਕਹਿਣਾ ਹੈ। ਧੰਨਵਾਦ।